ਅਸੀਂ ਤਾਂ ਮਰਨ ਨੂੰ ਰੱਖੇ ਹੋਏ ਆ। ਲੜਾਈ ਕਿਤੇ ਹੋਰ ਹੁੰਦੀ ਹੈ, ਜੰਗ ਸਾਡੇ ਲੱਗ ਜਾਂਦੀ ਹੈ ਜੀ। ਝਗੜਾ ਕਿਤੇ ਹੋਰ ਹੁੰਦਾ ਹੈ, ਡਰੋਨ ਇੱਥੇ ਜਾਂ ਮਿਜ਼ਾਈਲਾਂ ਫਾਜ਼ਿਲਕਾ ਡਿੱਗੀ ਜਾਂਦੀਆਂ ਰਹਿੰਦੀਆਂ ਜੀ। ਸਾਡਾ ਕਸੂਰ ਕੀ ਹੈ ਜੀ? ਸਾਨੂੰ ਲੜਨ ਵਾਸਤੇ ਰੱਖਿਆ ਤੁਸੀਂ, ਸਾਨੂੰ ਮਾਰਨ ਵਾਸਤੇ ਰੱਖਿਆ, ਸਾਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਕਿ ਹੁਣ ਤੁਸੀਂ ਪਾਕਿਸਤਾਨ ਨਾਲ ਲੜ ਪਓ, ਹੁਣ ਤੁਸੀਂ ਪਾਕਿਸਤਾਨ ਨਾਲ ਠੀਕ ਹੋ ਜਾਓ, ਹੁਣ ਤੁਸੀਂ ਫੇਰ ਲੜ ਪਓ, ਹੁਣ ਤੁਸੀਂ ਫੇਰ ਠੀਕ ਹੋ ਜਾਓ। ਹੁਣ ਆ ਨਵਾਂ ਲਿਆਉਣ ਲੱਗੇ ਆ। ਹੱਕ ਨਹੀਂ ਹੈਗਾ ਕਿ ਅਸੀਂ ਪੁੱਛੀਏ ਪ੍ਰਧਾਨ ਮੰਤਰੀ ਨੂੰ ਕਿ ਫੋਰਨ ਪਾਲਿਸੀ ਕੀ ਹੈ, ਕਿਹੜੇ ਕਿਹੜੇ ਮੁਲਕਾਂ 'ਚ ਜਾਂਦੇ ਹੋ ਕਿ ਉਹ ਮੁਲਕ ਸਾਡਾ ਸਾਥ ਦਿੰਦੇ ਆ। ਬਾਅਦ 'ਚ ਪਾਕਿਸਤਾਨ ਨਾਲ ਸੰਬੰਧ ਖਰਾਬ ਇੱਕ ਮੁਲਕ ਨੇ ਸਾਥ ਦਿੱਤਾ ਤੇ ਕਾਹਦੇ ਵਾਸਤੇ ਧਰਤੀ ਕਿਹੜੇ ਕੱਢੀ ਜਾਂਦੇ ਹੋ? ਔਰ ਉਸ ਮੁਲਕ 'ਚ ਜਾਂਦੇ ਆ ਜਿਹਦਾ ਨਾਂ ਹੀ ਮਗਨੇਸ਼ੀਆ, ਤਲਵੇਸ਼ੀਆ, ਗਲਵੇਸ਼ੀਆ, ਪਤਾ ਨਹੀਂ ਕਿੱਥੇ ਨੇ ਉਹ। ਉੱਥੋਂ ਦਾ ਸਭ ਤੋਂ ਤੇ ਪਠਾਨਕੋਟ ਨੂੰ ਜਾਂ ਦੀਨਾਨਗਰ ਨੂੰ ਤੁਸੀਂ ਹਿੱਸਾ ਨਹੀਂ ਸਮਝਦੇ ਇਸ ਦਾ। ਸਾਨੂੰ ਮਿਲਟਰੀ ਰੈਂਟ ਤੇ, ਔਰ ਸਾਡੇ ਮੁੰਡੇ ਨੇ ਮਿਲਟਰੀ 'ਚ, ਸਾਡੇ ਮੁੰਡੇ ਸਾਨੂੰ ਰੈਂਟ ਤੇ ਦਿਓਗੇ? ਕਿਸੇ ਹੋਰ ਮੁਲਕ ਵਾਸਤੇ ਭੇਜੀ ਸੀ ਮਿਲਟਰੀ। ਮੈਂ ਕਿਹਾ 7.5 ਕਰੋੜ ਸਾਡੇ ਕੋਲ ਤਾਂ ਹੈ ਨਹੀਂ। ਹਾਂ ਇੰਨਾ ਕਹੇ ਮੈਂ MP ਹੈਗਾ, 5 ਕਰੋੜ ਰੁਪਏ ਸਾਲ ਦਾ MP ਲੈਟ ਮਿਲਦਾ ਹੈ, 1.5 ਸਾਲ ਦੇ ਮੇਰੇ ਪੈਸੇ ਕੱਟ ਲਓ ਜੀ, 7.5 ਕਰੋੜ ਕੱਟ ਲਓ ਜੀ, ਕੀ ਕਰ ਸਕਦੇ ਜੀ? ਮੈਂ ਕਿਹਾ ਜਨਾਬੇ ਅਲੀ ਰਾਜਨਾਥ ਜੀ, ਤੁਸੀਂ ਮੈਨੂੰ ਇਹ ਦੱਸ ਦਿਓ ਕਿ ਪਠਾਨਕੋਟ ਥੋੜੀ ਆਈ ਸੀ ਅਟੈਕ ਕਰਨ, ਉਹ ਤਾਂ ਦਿੱਲੀ ਤੇ ਅਟੈਕ ਕਰਨ ਆਈ ਸੀ। ਪਠਾਨਕੋਟ ਤਾਂ ਅਸੀਂ ਰੋਕੇ ਸੀ। ਫਿਰ ਜੀ ਤੁਸੀਂ ਐਂ ਕਰਿਆ ਕਰੋਗੇ, ਇਹ ਗੱਲ ਮੈਂ ਕਹਿ ਕੇ ਆਇਆ ਕੱਲ ਨੂੰ ਵੀ ਐਂ ਕਰਿਆ ਕਰੋਗੇ ਸਾਡੇ ਨਾਲ, ਸਾਨੂੰ ਦਿੱਲੀ ਭੇਜਿਆ ਕਰੋਗੇ। ਅਸੀਂ ਉਹਨੂੰ ਕਹਿ ਦਿਆ ਕਰਾਂਗੇ ਭਾਈ ਸਾਡੇ ਕੋਲ ਤਾਂ ਪੈਸੇ ਹੈ ਨਹੀਂ, ਬਿੱਲ ਆ ਜਾਊਗਾ, ਲੰਘ ਜਾਓ ਭਰਾਵੋ, ਵਾਹ ਆਪੀ ਸਾਹਮਣੇ ਉੱਥੇ ਹੋ ਗਿਆ। ਉਹ ਕਰੀਏ ਕੀ ਫਿਰ? ਸਾਨੂੰ ਤਾਂ ਚੁੰਗੀ ਲੱਗੀ ਜਾਂਦੀ ਹੈ ਯਾਰ। ਅਸੀਂ ਤਾਂ ਮਰਨ ਨੂੰ ਰੱਖੇ ਹੋਏ ਆ। ਲੜਾਈ ਕਿਤੇ ਹੋਰ ਹੁੰਦੀ ਹੈ, ਜੰਗ ਸਾਡੇ ਲੱਗ ਜਾਂਦੀ ਹੈ ਜੀ। ਝਗੜਾ ਕਿਤੇ ਹੋਰ ਹੁੰਦਾ ਹੈ, ਡਰੋਨ ਇੱਥੇ ਜਾਂ ਮਿਜ਼ਾਈਲਾਂ ਫਾਜ਼ਿਲਕਾ ਡਿੱਗੀ ਜਾਂਦੀਆਂ ਰਹਿੰਦੀਆਂ ਜੀ। ਸਾਡਾ ਕਸੂਰ ਕੀ ਹੈ ਜੀ? ਸਾਨੂੰ ਲੜਨ ਵਾਸਤੇ ਰੱਖਿਆ ਤੁਸੀਂ, ਸਾਨੂੰ ਮਾਰਨ ਵਾਸਤੇ ਰੱਖਿਆ, ਸਾਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਕਿ ਹੁਣ ਤੁਸੀਂ ਪਾਕਿਸਤਾਨ ਨਾਲ ਲੜ ਪਓ, ਹੁਣ ਤੁਸੀਂ ਪਾਕਿਸਤਾਨ ਨਾਲ ਠੀਕ ਹੋ ਜਾਓ, ਹੁਣ ਤੁਸੀਂ ਫੇਰ ਲੜ ਪਓ, ਹੁਣ ਤੁਸੀਂ ਫੇਰ ਠੀਕ ਹੋ ਜਾਓ। ਹੁਣ ਆ ਨਵਾਂ ਲਿਆਉਣ ਲੱਗੇ ਆ। ਹੱਕ ਨਹੀਂ ਹੈਗਾ ਕਿ ਅਸੀਂ ਪੁੱਛੀਏ ਪ੍ਰਧਾਨ ਮੰਤਰੀ ਨੂੰ ਕਿ ਫੋਰਨ ਪਾਲਿਸੀ ਕੀ ਹੈ, ਕਿਹੜੇ ਕਿਹੜੇ ਮੁਲਕਾਂ 'ਚ ਜਾਂਦੇ ਹੋ ਕਿ ਉਹ ਮੁਲਕ ਸਾਡਾ ਸਾਥ ਦਿੰਦੇ ਆ। ਬਾਅਦ 'ਚ ਪਾਕਿਸਤਾਨ ਨਾਲ ਸੰਬੰਧ ਖਰਾਬ ਇੱਕ ਮੁਲਕ ਨੇ ਸਾਥ ਦਿੱਤਾ ਤੇ ਕਾਹਦੇ ਵਾਸਤੇ ਧਰਤੀ ਕਿਹੜੇ ਕੱਢੀ ਜਾਂਦੇ ਹੋ? ਔਰ ਉਸ ਮੁਲਕ 'ਚ ਜਾਂਦੇ ਆ ਜਿਹਦਾ ਨਾਂ ਹੀ ਮਗਨੇਸ਼ੀਆ, ਤਲਵੇਸ਼ੀਆ, ਗਲਵੇਸ਼ੀਆ, ਪਤਾ ਨਹੀਂ ਕਿੱਥੇ ਨੇ ਉਹ। ਉੱਥੋਂ ਦਾ ਸਭ ਤੋਂ ਵੱਡਾ ਅਵਾਰਡ ਮਿਲ ਗਿਆ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ। ਉੱਥੋਂ ਦੀ ਵਾਦੀ ਕਿੰਨੀ ਹੈ? 9500। ਮੈਂ ਕਿਹਾ ਇੰਨੇ ਬੰਦੇ ਦਾ JCB ਦੇਖਣ ਖੜ ਜਾਂਦੇ ਸਾਡੇ ਵੀ ਸਹੁੰ ਚੁੱਕ ਸਮਾਗਮ ਵਿੱਚ ਬੁਲਾ ਲਓ ਨਾ, ਉਹੀ ਤੁਰ ਪੈਂਦੇ। ਮਤਲਬ ਐਂ ਲੱਗਦਾ ਜਿਵੇਂ ਵੀ ਪ੍ਰਧਾਨ ਮੰਤਰੀ ਸਾਹਿਬ ਕਿਸੇ ਜਹਾਜ਼ 'ਚ ਆਉਂਦੇ ਨੇ, ਪੁੱਛਦੇ ਥੱਲੇ ਕਿਹੜਾ ਮੁਲਕ ਹੈ ਵੀ, ਕਹਿੰਦੇ ਫਲਾਨਾ ਹੈ, ਕੋਈ ਨਹੀਂ ਘੰਟਾ ਲੇਟ ਪਹੁੰਚ ਜਾਵਾਂਗੇ, ਲਾ ਲਓ ਥੱਲੇ। ਉੱਥੇ ਉਤਰ ਜਾਂਦੇ ਨੇ ਜੀ। ਪਾਕਿਸਤਾਨ ਉਤਰ ਗਈ, ਬਿਰਿਆਨੀ ਖਾ ਕੇ ਫੇਰ ਆ ਗਏ। ਅਸੀਂ ਪਾਕਿਸਤਾਨ ਨਹੀਂ ਜਾ ਸਕਦੇ, ਉਹ ਉਤਰ ਸਕਦੇ ਆ। ਦਿਲਜੀਤ ਦੀ ਫਿਲਮ 'ਚ ਪਾਕਿਸਤਾਨੀ ਕਲਾਕਾਰ ਪਹਿਲਗਾਮ ਦੀ ਬਹੁਤ ਦੁਖਦਾਇਕ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਉਹ, ਕਿਉਂਕਿ ਸਾਡਾ ਕਲਚਰ ਸਾਂਝਾ ਹੈ। ਉਹ ਪੰਜਾਬੀ ਬੋਲਦੇ ਨੇ, ਅਸੀਂ ਪੰਜਾਬੀ ਬੋਲਦੇ ਹਾਂ ਨਾ ਜੀ। ਕਹਿੰਦੇ ਇਹ ਫਿਲਮ ਰਿਲੀਜ਼ ਹੋਣ ਦੇਣੀ, ਤਾਂ ਗਦਾਰ ਹੈ। ਕਮਾਲ ਹੈ ਯਾਰ, ਕਦੇ ਸਰਦਾਰ ਹੈ ਕਦੇ ਗਦਾਰ ਹੈ। ਤੁਸੀਂ ਸਰਟੀਫਿਕੇਟ ਦਿਓਗੇ ਸਾਨੂੰ ਦੇਸ਼ ਭਗਤੀ ਦੇ? ਕਿਰਪਾ ਕਰਕੇ ਸਾਡੇ ਨਾਲ ਇਹ ਖੇਡਾਂ ਨਾ ਕਰੋ, ਅਸੀਂ ਅੱਕੇ ਪਏ ਹਾਂ। ਇਹ ਮੈਂ ਦੱਸ ਦੇਣਾ ਚਾਹੁੰਦਾ ਪੂਰੇ ਦੇਸ਼ ਨੂੰ। ਪਠਾਨਕੋਟ ਨੂੰ ਜਾਂ ਦੀਨਾਨਗਰ ਨੂੰ ਤੁਸੀਂ ਹਿੱਸਾ ਨਹੀਂ ਸਮਝਦੇ ਦੇਸ਼ ਦਾ। ਸਾਨੂੰ ਮਿਲਟਰੀ ਰੈਂਟ ਤੇ, ਔਰ ਸਾਡੇ ਮੁੰਡੇ ਨੇ ਮਿਲਟਰੀ 'ਚ, ਸਾਡੇ ਮੁੰਡੇ ਸਾਨੂੰ ਰੈਂਟ ਤੇ ਦਿਓਗੇ? ਕਿਸੇ ਹੋਰ ਮੁਲਕ ਵਾਸਤੇ ਭੇਜੀ ਸੀ ਮਿਲਟਰੀ। ਮੈਂ ਕਿਹਾ 7.5 ਕਰੋੜ ਸਾਡੇ ਕੋਲ ਤਾਂ ਹੈ ਨਹੀਂ। ਹਾਂ ਇੰਨਾ ਕਹੇ ਮੈਂ MP ਹੈਗਾ, 5 ਕਰੋੜ ਰੁਪਏ ਸਾਲ ਦਾ MP ਲੈਟ ਮਿਲਦਾ ਹੈ, 1.5 ਸਾਲ ਦੇ ਮੇਰੇ ਪੈਸੇ ਕੱਟ ਲਓ ਜੀ, 7.5 ਕਰੋੜ ਕੱਟ ਲਓ ਜੀ, ਕੀ ਕਰ ਸਕਦੇ ਜੀ? ਮੈਂ ਕਿਹਾ ਜਨਾਬੇ ਅਲੀ ਰਾਜਨਾਥ ਜੀ, ਤੁਸੀਂ ਮੈਨੂੰ ਇਹ ਦੱਸ ਦਿਓ ਕਿ ਪਠਾਨਕੋਟ ਥੋੜੀ ਆਈ ਸੀ ਅਟੈਕ ਕਰਨ, ਉਹ ਤਾਂ ਦਿੱਲੀ ਤੇ ਅਟੈਕ ਕਰਨ ਆਈ ਸੀ। ਪਠਾਨਕੋਟ ਤਾਂ ਅਸੀਂ ਰੋਕੇ ਸੀ। ਫਿਰ ਜੀ ਤੁਸੀਂ ਐਂ ਕਰਿਆ ਕਰੋਗੇ, ਇਹ ਗੱਲ ਮੈਂ ਕਹਿ ਕੇ ਆਇਆ ਕੱਲ ਨੂੰ ਵੀ ਐਂ ਕਰਿਆ ਕਰੋਗੇ ਸਾਡੇ ਨਾਲ, ਸਾਨੂੰ ਦਿੱਲੀ ਭੇਜਿਆ ਕਰੋਗੇ। ਅਸੀਂ ਉਹਨੂੰ ਕਹਿ ਦਿਆ ਕਰਾਂਗੇ ਭਾਈ ਸਾਡੇ ਕੋਲ ਤਾਂ ਪੈਸੇ ਹੈ ਨਹੀਂ, ਬਿੱਲ ਆ ਜਾਊਗਾ, ਲੰਘ ਜਾਓ ਭਰਾਵੋ, ਵਾਹ ਆਪੀ ਸਾਹਮਣੇ ਉੱਥੇ ਹੋ ਗਿਆ। ਉਹ ਕਰੀਏ ਕੀ ਫਿਰ? ਸਾਨੂੰ ਤਾਂ ਚੁੰਗੀ ਲੱਗੀ ਜਾਂਦੀ ਹੈ ਯਾਰ। ਅਸੀਂ ਤਾਂ ਮਰਨ ਨੂੰ ਰੱਖੇ ਹੋਏ ਆ। ਲੜਾਈ ਕਿਤੇ ਹੋਰ ਹੁੰਦੀ ਹੈ, ਜੰਗ ਸਾਡੇ ਲੱਗ ਜਾਂਦੀ ਹੈ ਜੀ। ਝਗੜਾ ਕਿਤੇ ਹੋਰ ਹੁੰਦਾ ਹੈ, ਡਰੋਨ ਇੱਥੇ ਜਾਂ ਮਿਜ਼ਾਈਲਾਂ ਫਾਜ਼ਿਲਕਾ ਡਿੱਗੀ ਜਾਂਦੀਆਂ ਰਹਿੰਦੀਆਂ ਜੀ। ਸਾਡਾ ਕਸੂਰ ਕੀ ਹੈ ਜੀ? ਸਾਨੂੰ ਲੜਨ ਵਾਸਤੇ ਰੱਖਿਆ ਤੁਸੀਂ, ਸਾਨੂੰ ਮਾਰਨ ਵਾਸਤੇ ਰੱਖਿਆ, ਸਾਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਕਿ ਹੁਣ ਤੁਸੀਂ ਪਾਕਿਸਤਾਨ ਨਾਲ ਲੜ ਪਓ, ਹੁਣ ਤੁਸੀਂ ਪਾਕਿਸਤਾਨ ਨਾਲ ਠੀਕ ਹੋ ਜਾਓ, ਹੁਣ ਤੁਸੀਂ ਫੇਰ ਲੜ ਪਓ, ਹੁਣ ਤੁਸੀਂ ਫੇਰ ਠੀਕ ਹੋ ਜਾਓ। ਹੁਣ ਆ ਨਵਾਂ ਲਿਆਉਣ ਲੱਗੇ ਆ। ਹੱਕ ਨਹੀਂ ਹੈਗਾ ਕਿ ਅਸੀਂ ਪੁੱਛੀਏ ਪ੍ਰਧਾਨ ਮੰਤਰੀ ਨੂੰ ਕਿ ਫੋਰਨ ਪਾਲਿਸੀ ਕੀ ਹੈ, ਕਿਹੜੇ ਕਿਹੜੇ ਮੁਲਕਾਂ 'ਚ ਜਾਂਦੇ ਹੋ ਕਿ ਉਹ ਮੁਲਕ ਸਾਡਾ ਸਾਥ ਦਿੰਦੇ ਆ। ਬਾਅਦ 'ਚ ਪਾਕਿਸਤਾਨ ਨਾਲ ਸੰਬੰਧ ਖਰਾਬ ਇੱਕ ਮੁਲਕ ਨੇ ਸਾਥ ਦਿੱਤਾ ਤੇ ਕਾਹਦੇ ਵਾਸਤੇ ਧਰਤੀ ਕਿਹੜੇ ਕੱਢੀ ਜਾਂਦੇ ਹੋ? ਔਰ ਉਸ ਮੁਲਕ 'ਚ ਜਾਂਦੇ ਆ ਜਿਹਦਾ ਨਾਂ ਹੀ ਮਗਨੇਸ਼ੀਆ, ਤਲਵੇਸ਼ੀਆ, ਗਲਵੇਸ਼ੀਆ, ਪਤਾ ਨਹੀਂ ਕਿੱਥੇ ਨੇ ਉਹ। ਉੱਥੋਂ ਦਾ ਸਭ ਤੋਂ ਵੱਡਾ ਅਵਾਰਡ ਉੱਥੋਂ ਦੀ ਵਾਦੀ ਕਿੰਨੀ ਹੈ? 9500। ਮੈਂ ਕਿਹਾ ਇੰਨੇ ਬੰਦੇ ਦਾ JCB ਦੇਖਣ ਖੜ ਜਾਂਦੇ ਸਾਡੇ ਵੀ ਸਹੁੰ ਚੁੱਕ ਸਮਾਗਮ ਵਿੱਚ ਬੁਲਾ ਲਓ ਨਾ, ਉਹੀ ਤੁਰ ਪੈਂਦੇ। ਮਤਲਬ ਐਂ ਲੱਗਦਾ ਜਿਵੇਂ ਵੀ ਪ੍ਰਧਾਨ ਮੰਤਰੀ ਸਾਹਿਬ ਕਿਸੇ ਜਹਾਜ਼ 'ਚ ਆਉਂਦੇ ਨੇ, ਪੁੱਛਦੇ ਥੱਲੇ ਕਿਹੜਾ ਮੁਲਕ ਹੈ ਵੀ, ਕਹਿੰਦੇ ਫਲਾਨਾ ਹੈ, ਕੋਈ ਨਹੀਂ ਘੰਟਾ ਲੇਟ ਪਹੁੰਚ ਜਾਵਾਂਗੇ, ਲਾ ਲਓ ਥੱਲੇ। ਉੱਥੇ ਉਤਰ ਜਾਂਦੇ ਨੇ ਜੀ। ਪਾਕਿਸਤਾਨ ਉਤਰ ਗਈ, ਬਿਰਿਆਨੀ ਖਾ ਕੇ ਫੇਰ ਆ ਗਏ। ਅਸੀਂ ਪਾਕਿਸਤਾਨ ਨਹੀਂ ਜਾ ਸਕਦੇ, ਉਹ ਉਤਰ ਸਕਦੇ ਆ। ਦਿਲਜੀਤ ਦੀ ਫਿਲਮ 'ਚ ਪਾਕਿਸਤਾਨੀ ਕਲਾਕਾਰ ਪਹਿਲਗਾਮ ਦੀ ਬਹੁਤ ਦੁਖਦਾਇਕ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਉਹ, ਕਿਉਂਕਿ ਸਾਡਾ ਕਲਚਰ ਸਾਂਝਾ ਹੈ। ਉਹ ਪੰਜਾਬੀ ਬੋਲਦੇ ਨੇ, ਅਸੀਂ ਪੰਜਾਬੀ ਬੋਲਦੇ ਹਾਂ ਨਾ ਜੀ। ਕਹਿੰਦੇ ਇਹ ਫਿਲਮ ਰਿਲੀਜ਼ ਹੋਣ ਦੇਣੀ, ਤਾਂ ਗਦਾਰ ਹੈ। ਕਮਾਲ ਹੈ ਯਾਰ, ਕਦੇ ਸਰਦਾਰ ਹੈ ਕਦੇ ਗਦਾਰ ਹੈ। ਤੁਸੀਂ ਸਰਟੀਫਿਕੇਟ ਦਿਓਗੇ ਸਾਨੂੰ ਦੇਸ਼ ਭਗਤੀ ਦੇ?
ਕਿਰਪਾ ਕਰਕੇ ਸਾਡੇ ਨਾਲ ਇਹ ਖੇਡਾਂ ਨਾ ਕਰੋ, ਅਸੀਂ ਅੱਕੇ ਪਏ ਆ। ਇਹ ਮੈਂ ਦੱਸ ਦੇਣਾ ਚਾਹੁੰਦਾ ਪੂਰੇ ਦੇਸ਼ ਨੂੰ। वाह सिंह जी वाह, क्या ज़बरदस्त स्पीच की आपने। यकीन जाने दिल खुश कर दिता तुसां पंजाबी दा, पंजाबी दी भावना दा तुसां बड़ा ज़बरदस्त ख्याल रखिया है। कोई फर्क नहीं पैंदा कि पंजाबी कुछ उस साइड ते ने ते कुछ पंजाबी इस साइड ते ने, लेकिन हकीकत ਇਹ ਵੇ कि असी पंजाबी एक दूसरे दे नाल हाँ। साडा कल्चर एक है, साडी सकाफत एक है, साडी ਜ਼ਬਾਨ एक है पंजाबी। ਤੇ ਯਕੀਨ ਜਾਣੋ ਮੈਨੂੰ ਬਹੁਤ ਮਜ਼ਾ ਆਇਆ ਤੁਹਾਡੀ ਤਕਰੀਰ ਸੁਣ ਕੇ। ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਹਿੰਦੁਸਤਾਨ ਜਿਹੜਾ ਨਾ ਉਹਦੇ ਵਿੱਚ ਸਿਰਫ ਹਿੰਦੂ ਬਾਲਾਦਸਤੀ ਦਾ ਖਾਬ ਦੇਖਿਆ ਜਾਂਦਾ ਹੈ। ਹੁਣ ਜਿਹੜੀ ਮੋਦੀ ਹਕੂਮਤ ਹੈ ਉਹ ਹਿੰਦੁਸਤਾਨ ਦੇ ਵਿੱਚ ਹਿੰਦੂ ਬਾਲਾਦਸਤੀ ਦੇ ਉੱਤੇ ਕੰਮ ਕਰ ਰਹੀ ਹੈ। ਉਹਨਾਂ ਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਕਿ ਹਿੰਦੁਸਤਾਨ ਦੇ ਵਿੱਚ ਸਿਰਫ ਹਿੰਦੂ ਜਿਹੜਾ ਨਾ ਉਹਨਾਂ ਵਾਸਤੇ ਮਤਲਬ ਉਹਨਾਂ ਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਕਿ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਦੇ ਵਿੱਚ ਔਰ ਵੀ ਬਹੁਤ ਜ਼ਿਆਦਾ ਮਿਨੋਰਿਟੀਜ਼ ਰਹਿੰਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਪੰਜਾਬੀ ਕੌਮ ਵੀ ਸ਼ਾਮਲ ਹੈ। ਤੁਸੀਂ ਇਹ ਬੜੀ ਜ਼ਬਰਦਸਤ ਗੱਲ ਕੀਤੀ ਹੈ ਕਿ ਪਾਕਿਸਤਾਨ ਦੀ ਤਰਫੋਂ ਜਿਹੜਾ ਜਵਾਬੀ ਹਮਲਾ ਕੀਤਾ ਗਿਆ ਸੀ 9 ਤੇ 10 ਮਈ ਦੀ ਰਾਤ ਨੂੰ, ਉਹਦੇ ਵਿੱਚ ਪਾਕਿਸਤਾਨ ਨੇ ਜਵਾਬੀ ਹਮਲਾ ਕੀਤਾ ਸੀ ਤੇ ਦਿੱਲੀ ਤੇ ਹਮਲਾ ਕੀਤਾ ਸੀ। ਲੇਕਿਨ ਤੁਸਾਂ ਪਠਾਨਕੋਟ ਦੇ ਵਿੱਚ ਪਾਕਿਸਤਾਨੀ ਮਿਜ਼ਾਈਲਾਂ ਨੂੰ ਰੋਕਿਆ ਤੇ ਉਹਨਾਂ ਨੂੰ ਕ੍ਰੈਸ਼ ਕੀਤਾ ਤਾਂ ਕਿ ਦਿੱਲੀ ਜਿਹੜਾ ਨਾ ਉਹ ਬਚੇ, ਦਿੱਲੀ ਨੂੰ ਕੋਈ ਨੁਕਸਾਨ ਨਾ ਪਹੁੰਚੇ। ਲੇਕਿਨ ਦਿੱਲੀ ਵਾਲੇ ਜਿਹੜੇ ਨੇ ਉਹ ਜਿਸ ਤਰ੍ਹਾਂ ਦਾ ਸਲੂਕ ਤੁਹਾਡੇ ਨਾਲ ਰਵਾ ਰੱਖਾ ਹੋਏ ਨੇ, ਇਹ ਤੁਹਾਡੀ ਤਕਰੀਰ ਤੋਂ ਵਾਜ਼ਿਆ ਮਹਿਸੂਸ ਹੋ ਰਿਹਾ ਕਿ ਉਹਨਾਂ ਨੇ ਤੁਹਾਨੂੰ ਖੁਸ਼ ਨਹੀਂ ਰੱਖਿਆ। ਦੂਸਰੀ ਅਹਿਮ ਤਰੀਨ ਗੱਲ ਇਹ ਵੇ ਕਿ ਮੋਦੀ ਦੇ ਕਹਿਣ ਦੇ ਉੱਤੇ ਅਸੀਂ ਪੰਜਾਬੀ ਕਿਉਂ ਆਪਸ ਦੇ ਵਿੱਚ ਲੜੀਏ। ਮਤਲਬ ਜਦੋਂ ਦਿਲ ਕੀਤਾ ਉਹਨਾਂ ਨੇ ਆਖਿਆ ਜੀ ਹੁਣ ਲੜਾਈ ਸ਼ੁਰੂ ਕਰ ਦਿਓ, ਤੇ ਜਦੋਂ ਦਿਲ ਕੀਤਾ ਜੀ ਹੁਣ ਲੜਾਈ ਮੱਠੀ ਕਰ ਦਿਓ, ਹੁਣ ਲੜਾਈ ਬੰਦ ਕਰ ਦਿਓ। ਤੁਸਾਂ ਬੜੀ ਜ਼ਬਰਦਸਤ ਗੱਲ ਕੀਤੀ ਕਿ ਸਾਨੂੰ ਤੁਸਾਂ ਭੇਡ ਬੱਕਰੀ ਸਮਝਿਆ ਹੋਇਆ। ਮਤਲਬ ਪੰਜਾਬੀ ਫੌਜ ਜਿਹੜੀ ਹੈ ਉਹ ਹਿੰਦੁਸਤਾਨ ਦੇ ਵਿੱਚ ਬੜੀ ਤਾਦਾਦ ਵਿੱਚ ਮੌਜੂਦ ਹੈ ਤੇ ਤੁਸੀਂ ਉਹਨਾਂ ਨੂੰ ਇਸਤੇਮਾਲ ਕਰਦੇ ਹੋ। ਹਿੰਦੁਸਤਾਨੀ ਸਟੈਬਲਿਸ਼ਮੈਂਟ ਜਿਹੜੀ ਹੈ ਉਹਨੂੰ ਇਸਤੇਮਾਲ ਕਰਦੀ ਹੈ ਤੇ ਮਤਲਬ ਤੁਸੀਂ ਉਹਨਾਂ ਨੂੰ ਉਹ ਇੱਜ਼ਤ ਨਹੀਂ ਦਿੰਦੇ ਜਿਹੜੇ ਉਹ ਹੱਕਦਾਰ ਨੇ। ਹੁਣ ਇਹ ਵੇਖੋ ਕਿ ਇਹ ਮਾਮਲਾ ਜਿਹੜਾ ਸੀ ਪਹਿਲਗਾਮ ਵਾਲਾ, ਇਹ ਕਿੱਥੇ ਹੋਇਆ? ਇਹ ਮਕਬੂਜ਼ਾ ਕਸ਼ਮੀਰ ਰਿਆਸਤ ਦੇ ਵਿੱਚ ਹੋਇਆ ਤੇ ਜੰਗ ਕਿੱਥੇ ਛਿੜੀ? ਪੰਜਾਬ ਦੇ ਵਿੱਚ। ਇਹ ਵੀ ਖਬਰਾਂ ਚੱਲਦੀਆਂ ਹਨ ਪਈਆਂ ਕਿ ਗੁਰਦੁਆਰੇ ਟੈਂਪਲ ਨੂੰ ਵੀ ਨਿਸ਼ਾਨਾ ਬਣਾਉਣ ਦਾ ਜਿਹੜਾ ਨਾ ਉਹ ਸਾਡੇ ਸਾਹਮਣੇ ਖਬਰਾਂ ਆਈਆਂ ਸਨ। ਪਾਕਿਸਤਾਨ ਦੀ ਤਰਫੋਂ ਖਬਰਾਂ ਸਾਹਮਣੇ ਆਈਆਂ ਸਨ ਕਿ ਹਿੰਦੁਸਤਾਨ ਨੇ ਖੁਦ ਉਹਨੂੰ ਨਿਸ਼ਾਨਾ ਬਣਾਉਣਾ ਸੀ ਤੇ ਉਹਦਾ ਨਾਂ ਉਹਨਾਂ ਪਾਕਿਸਤਾਨ ਦਾ ਜਿਹੜਾ ਨਾ ਲਾਣਾ ਸੀ। ਇਹ ਪਾਕਿਸਤਾਨ ਨੇ ਕੀਤਾ ਤਾਂ ਕਿ ਪਾਕਿਸਤਾਨ ਦੀ ਤੇ ਜਿਹੜੀ ਸਿੱਖਾਂ ਦੇ ਵਿੱਚ ਇੱਕ ਆਪਸੀ ਮੁਹੱਬਤ ਤੇ ਜਿਹੜਾ ਇੱਕ ਭਾਈਚਾਰਾ ਹੈ ਉਹਨੂੰ ਠੇਸ ਪਹੁੰਚਾਈ ਜਾਏ। ਲੇਕਿਨ ਬਰ ਵਕਤ ਪਾਕਿਸਤਾਨ ਨੇ ਸਾਜ਼ਿਸ਼ ਨੂੰ ਜੋ ਹੈ ਉਹ ਉਹਨੂੰ ਆਇਡੈਂਟੀਫਾਈ ਕਰਕੇ ਤੇ ਉਹਨੂੰ ਨਾਕਾਮ ਕੀਤਾ। ਤੇ ਇਹ ਮੋਦੀ ਹਕੂਮਤ ਨੂੰ ਸੋਚਣਾ ਚਾਹੀਦਾ ਇਸ ਚੀਜ਼ ਨੂੰ, ਉਹਨੂੰ ਸੋਚਣਾ ਚਾਹੀਦਾ ਕਿ ਯਾਰ ਬੈਟਲ ਗਰਾਊਂਡ ਪੰਜਾਬ ਨਹੀਂ, ਬੈਟਲ ਗਰਾਊਂਡ ਜਿਹੜੀ ਉਹ ਫਿਰ ਦਿੱਲੀ ਹੋਵੇਗੀ। ਅਗਰ ਤੁਸੀਂ ਪੰਜਾਬੀਆਂ ਦੇ ਨੂੰ ਖੁਸ਼ ਨਹੀਂ ਰੱਖੋਗੇ, ਪੰਜਾਬੀਆਂ ਨੂੰ ਤੁਸੀਂ ਇਸਤੇਮਾਲ ਕਰੋਗੇ, ਪੰਜਾਬੀਆਂ ਦੇ ਖਿਲਾਫ ਤੇ ਇਹ ਚੀਜ਼ ਭੁੱਲ ਜਾਓ ਕਿ ਪੰਜਾਬੀ ਦੇ ਖਿਲਾਫ ਕਦੀ ਇਸਤੇਮਾਲ ਨਹੀਂ ਹੋਏਗਾ, ਕਿਉਂਕਿ ਇੱਧਰ ਵੀ ਪੰਜਾਬੀ ਹੈ ਤੇ ਉੱਧਰ ਵੀ ਪੰਜਾਬੀ ਹੈ ਤੇ ਪੰਜਾਬੀ ਜਿਹੜੇ ਨੇ ਉਹ ਤੁਹਾਨੂੰ ਕਸ਼ਮੀਰ ਦਾ ਰਸਤਾ ਵੀ ਦਿੰਦੇ ਨੇ। ਇਹ ਵੀ ਜ਼ਿਹਨ 'ਚ ਰੱਖੋ। ਤੁਸੀਂ ਪੰਜਾਬੀਆਂ ਨੂੰ ਰਾਜ਼ੀ ਨਾ ਰੱਖਿਆ ਤੇ ਫਿਰ ਇਹ ਜ਼ਿਹਨ 'ਚ ਰੱਖੋ ਕਿ ਫਿਰ ਕਸ਼ਮੀਰ ਜਿਹੜਾ ਨਾ ਉਹਦਾ ਰਾਹ ਵੀ ਤੁਹਾਨੂੰ ਮੁਸ਼ਕਲ ਮਿਲੇਗਾ। ਪੰਜਾਬੀਆਂ ਨੇ ਜਿਸ ਦਿਨ ਰਾਹ ਤੁਹਾਡਾ ਬੰਦ ਕਰ ਦਿੱਤਾ, ਕਸ਼ਮੀਰ ਦਾ ਰਾਹ ਵੀ ਤੁਹਾਡਾ ਬੰਦ ਹੋਏਗਾ। ਜਦੋਂ ਤੁਹਾਡਾ ਕਸ਼ਮੀਰ ਦਾ ਰਾਹ ਬੰਦ ਹੋਏਗਾ ਤਾਂ ਫਿਰ ਇਹ ਸਮਝੋ ਕਿ ਕਸ਼ਮੀਰ ਤੁਹਾਡੇ ਹੱਥੋਂ ਗਿਆ। ਤਾਂ ਇਸ ਵਾਸਤੇ ਮੈਂ ਸਿੰਘ ਜੀ ਨੂੰ ਬਹੁਤ ਹੀ ਜ਼ਬਰਦਸਤ ਜੋ ਹੈ ਉਹ ਸਲਾਮ ਪੇਸ਼ ਕਰਨਾ ਪਾਕਿਸਤਾਨ ਦੇ ਪੰਜਾਬ ਵਿੱਚੋਂ।